ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਅੱਜ ਪਾਰਲੀਮੈਂਟ ਦੇ ਵਿੱਚ ਬਿਜਲੀ ਸੋਧ ਬਿੱਲ ਪੇਸ਼ ਕੀਤਾ ਜਾ ਸਕਦਾ ਹੈ। ਬਿਜਲੀ ਸੋਧ ਬਿੱਲ ਨੂੰ ਲੈ ਕੇ ਲਗਾਤਾਰ ਚਰਚਾਵਾਂ ਤੇਜ਼ ਸੀਗੀਆਂ। ਬਿਜਲੀ ਸੋਧ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਸੀ, ਕਿਸਾਨਾਂ ਦੇ ਵੱਲੋਂ ਵੀ, ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੀ। ਕੱਲ ਜੇ ਗੱਲ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੀਐਮ ਮੋਦੀ ਨੂੰ ਚਿੱਠੀ ਲਿਖੀ ਹੈ ਬਿਜਲੀ ਸੋਧ ਬਿੱਲ ਨੂੰ ਲੈ ਕੇ, ਕਿਉਂਕਿ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਆ। ਸੰਯੁਕਤ ਕਿਸਾਨ ਮੋਰਚੇ ਦੇ ਨਾਲ ਵਾਅਦਾ ਵੀ ਕੀਤਾ ਸੀ ਕੇਂਦਰ ਸਰਕਾਰ ਨੇ ਕਿ ਬਿਜਲੀ ਬਿੱਲ ਜਿਹੜਾ ਆ ਨਹੀਂ ਲਿਆਂਦਾ ਜਾਊਗਾ, ਬਿਜਲੀ ਬਿੱਲ ਪਾਰਲੀਮੈਂਟ 'ਚ ਨਹੀਂ ਲਿਆਂਦਾ ਜਾਊਗਾ। ਪਰ ਅੱਜ ਬਿਜਲੀ ਬਿੱਲ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾ ਸਕਦਾ ਹੈ। ਜੇਕਰ ਬਿਜਲੀ ਬਿੱਲ ਪਾਸ ਹੁੰਦਾ ਤਾਂ ਨੁਕਸਾਨ ਕੀ ਹੋਣਗੇ? ਜੇ ਗੱਲ ਕਰ ਲਈਏ, ਜਿਹੜੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਆ ਕਿਸਾਨਾਂ ਦੇ ਵੱਲੋਂ ਜਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਂ ਹੋਰ ਵੱਖ-ਵੱਖ ਲੋਕ ਜਿਹੜੇ ਵਿਰੋਧ ਕਰ ਰਹੇ ਆ ਬਿਜਲੀ ਬਿੱਲ ਦਾ, ਖਦਸ਼ੇ ਜ਼ਾਹਰ ਕੀਤੇ ਜਾ ਰਹੇ ਆ ਕਿ ਜੇਕਰ ਬਿਜਲੀ ਬਿੱਲ ਪਾਸ ਹੁੰਦਾ ਤਾਂ ਬਿਜਲੀ ਦਾ ਨਿੱਜੀਕਰਨ ਹੋਊਗਾ ਤੇ ਜਿਹੜਾ ਕਿਸਾਨਾਂ ਨੂੰ ਮੋਟਰਾਂ ਦਾ ਬਿੱਲ ਵੀ ਲੱਗ ਸਕਦਾ। ਜਿਹੜੀ ਮੁਫਤ ਬਿਜਲੀ ਹੈ ਉਹ ਵੀ ਖਤਮ ਹੋ ਸਕਦੀ ਹੈ। ਮੁਫਤ ਬਿਜਲੀ ਜਿਹੜੀ ਦਿੱਤੀ ਹੋਈ ਹੈ, ਚਾਹੇ ਦਿੱਲੀ ਸਰਕਾਰ ਨੇ ਚਾਹੇ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ, ਉਹ ਬਿਜਲੀ ਵੀ ਖਤਮ ਹੋ ਸਕਦੀ ਹੈ ਜੇਕਰ ਬਿਜਲੀ ਦਾ ਨਿੱਜੀਕਰਨ ਹੋ ਗਿਆ। ਜੇਕਰ ਪ੍ਰਾਈਵੇਟ ਕੰਪਨੀਆਂ ਦੇ ਕੋਲੇ ਨਿੱਜੀਕਰਨ ਹੋ ਗਿਆ ਬਿਜਲੀ ਦਾ, ਜੇਕਰ ਬਿਜਲੀ ਪ੍ਰਾਈਵੇਟ ਕੰਪਨੀਆਂ ਦੇਣ ਲੱਗੀਆਂ, ਫਿਰ ਕਹਿ ਸਕਦੇ ਹਾਂ ਕਿ ਬਿਜਲੀ ਦਾ ਨਿੱਜੀਕਰਨ ਹੋਣ ਤੋਂ ਬਾਅਦ ਮੋਟਰਾਂ ਦੇ ਬਿੱਲ ਵੀ ਲੱਗ ਸਕਦੇ ਆ। ਮੁਫਤ ਬਿਜਲੀ ਜਿਹੜੀ ਦਿੱਤੀ ਹੋਈ ਹੈ ਉਹ ਵੀ ਖਤਮ ਹੋ ਸਕਦੀ ਹੈ ਨਿੱਜੀਕਰਨ ਦੇ ਨਾਲ। ਤੇ ਕੇਂਦਰ ਸਰਕਾਰ ਅੱਜ ਬਿੱਲ ਜਿਹੜਾ ਆ ਪੇਸ਼ ਕਰ ਸਕਦੀ ਹੈ, ਬੀਜੇਪੀ ਬਿੱਲ ਪੇਸ਼ ਕਰ ਸਕਦੀ ਹੈ ਅੱਜ ਪਾਰਲੀਮੈਂਟ ਦੇ ਵਿੱਚ। ਅਜਿਹੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ। ਹਾਲਾਂਕਿ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਇਸ ਗੱਲ ਦਾ, ਕਿਸਾਨ ਵਿਰੋਧ ਕਰ ਰਹੇ ਆ, ਅਕਾਲੀ ਦਲ ਬਾਦਲ ਵਿਰੋਧ ਕਰ ਰਿਹਾ, ਵੱਖ-ਵੱਖ ਪਾਰਟੀਆਂ ਜੇ ਗੱਲ ਕਰ ਲਈਏ ਬਿਜਲੀ ਬਿੱਲ ਦਾ ਵਿਰੋਧ ਕਰ ਰਹੀਆਂ ਨੇ ਕਿ ਬਿਜਲੀ ਸੋਧ ਬਿੱਲ ਦੀ ਲੋੜ ਨਹੀਂ ਸੀ, ਬਿਜਲੀ ਸੋਧ ਬਿੱਲ ਕਿਉਂ ਲਿਆਂਦਾ ਜਾ ਰਿਹਾ। ਇਸ ਗੱਲ ਦਾ ਵਿਰੋਧ ਜਿਹੜਾ ਆ ਉਹ ਕੀਤਾ ਜਾ ਰਿਹਾ। ਜੇਕਰ ਬਿਜਲੀ ਬਿੱਲ ਆਉਂਦਾ ਤਾਂ ਇਸ ਦੇ ਨਾਲ ਪ੍ਰਾਈਵੇਟਾਈਜੇਸ਼ਨ ਹੋਊਗਾ ਬਿਜਲੀ ਦਾ। ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਤਾਂ ਜੇ ਕਹਿ ਲਈਏ ਕਿ ਰੈਗੂਲੇਟਰ ਜਿਹੜੇ ਕਮਿਸ਼ਨ ਨੇ ਉਹਨਾਂ ਦੇ ਹੱਥੋਂ ਵੀ ਜਿਹੜੀ ਪਾਵਰ ਕਿਤੇ ਨਾ ਕਿਤੇ ਖੁੱਸਦੀ ਨਜ਼ਰ ਆਊਗੀ। ਜੇਕਰ ਸੂਬੇ ਜਿਹੜਾ ਆ ਉਹ ਪ੍ਰਾਈਵੇਟ ਕੰਪਨੀਆਂ ਨੂੰ ਲਾਇਸੈਂਸ ਨਹੀਂ ਦਿੰਦੇ ਤਾਂ ਕੇਂਦਰ ਸਿੱਧਾ ਜਿਹੜਾ ਲਾਇਸੈਂਸ ਦੇ ਸਕੂਗਾ ਤੇ ਬਿਜਲੀ ਜਿਹੜੀ ਆ ਉਸ ਦਾ ਨਿੱਜੀਕਰਨ ਸੂਬਿਆਂ ਦੇ ਵਿੱਚ ਹੋ ਸਕੂਗਾ। ਹਾਲਾਂਕਿ ਇਹ ਵਿਸ਼ਾ ਜਿਹੜਾ ਸੂਬਿਆਂ ਦਾ ਵਿਸ਼ਾ ਹੈ, ਬਿਜਲੀ ਨੂੰ ਲੈ ਕੇ ਜੇ ਗੱਲਬਾਤ ਕਰਨੀ ਚਾਹੀਦੀ ਸੀ, ਸੂਬਿਆਂ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਸੀ, ਪਰ ਸੂਬਿਆਂ ਦੇ ਨਾਲ ਗੱਲਬਾਤ ਨਹੀਂ ਹੋਈ ਆ। ਤੇ ਡਰਾਫਟਿੰਗ ਜਿਹੜੀ ਆ ਬਿਲਕੁਲ ਆਖਰੀ ਜਿਹੜੀ ਅੰਤਿਮ ਡਰਾਫਟਿੰਗ ਹੈ ਜਿਹੜੀ ਬਿਜਲੀ ਬਿੱਲ ਦੀ, ਉਹ ਬਿਜਲੀ ਮੰਤਰੀ ਦੇ ਵੱਲੋਂ ਕੀਤੀ ਗਈ ਆ। ਰਾਤ ਖਰੜੇ ਨੂੰ ਅੰਤਮ ਛੋਹਾਂ ਦਿੱਤੀਆਂ ਗਈਆਂ ਨੇ, ਬਿਜਲੀ ਬਿੱਲ ਦੇ ਖਰੜੇ ਨੂੰ ਅੰਤਮ ਛੋਹਾਂ ਰਾਤ ਦਿੱਤੀਆਂ ਗਈਆਂ ਨੇ। ਅਜਿਹੀਆਂ ਚਰਚਾਵਾਂ ਨੇ, ਅਜਿਹਾ ਪਤਾ ਲੱਗਿਆ ਤੇ ਅੱਜ ਪੇਸ਼ ਹੋ ਸਕਦਾ ਉਹ ਬਿੱਲ ਜੇ ਕਹਿ ਲਈਏ ਪਾਰਲੀਮੈਂਟ ਦੇ ਵਿੱਚ ਉਹ ਬਿੱਲ ਜਿਹੜਾ ਪੇਸ਼ ਹੋ ਸਕਦਾ। ਪਰ ਪੰਜਾਬ ਦੇ ਵਿੱਚ ਲਗਾਤਾਰ ਇਸ ਦਾ ਵਿਰੋਧ ਹੋ ਰਿਹਾ। ਪੰਜਾਬ ਦੇ ਕਿਸਾਨ ਵਿਰੋਧ ਕਰ ਰਹੇ ਆ, ਦੇਸ਼ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਇਸ ਗੱਲ ਦਾ ਵਿਰੋਧ ਹੋ ਰਿਹਾ। ਜੇਕਰ ਬਿਜਲੀ ਦਾ ਪ੍ਰਾਈਵੇਟਾਈਜੇਸ਼ਨ ਹੋਊਗਾ, ਬਿਜਲੀ ਪ੍ਰਾਈਵੇਟ ਹੋਊਗੀ, ਨਿੱਜੀ ਕੰਪਨੀਆਂ ਦੇ ਕੋਲ ਚਲੀ ਜਾਊਗੀ, ਤਾਂ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਵੀ ਲੱਗਣਗੇ, ਜਿਹੜੀ ਮੁਫਤ ਬਿਜਲੀ ਆ ਉਹ ਵੀ ਬੰਦ ਹੋਊਗੀ। ਹਾਲਾਂਕਿ ਜੇ ਗੱਲ ਕਰ ਲਈਏ ਤਾਂ ਬੀਕੇਯੂ ਡਕੌਂਦਾ ਦੇ ਵੱਲੋਂ ਕੱਲ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਵਾਕਈ ਪੰਜਾਬ ਦੇ ਕਿਸਾਨਾਂ ਦੇ ਰਾਖੇ ਕਹਾਉਂਦੇ ਹੋ, ਕਿਸਾਨੀ ਦੀ ਗੱਲ ਕਰਦੇ ਹੋ ਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ, ਸੋ ਜ਼ੋਰਦਾਰ ਪ੍ਰਦਰਸ਼ਨ ਜਿਹੜਾ ਕੀਤਾ ਜਾਵੇ ਬਿਜਲੀ ਬਿੱਲ ਨੂੰ ਲੈ ਕੇ। ਬੀਕੇਯੂ ਡਕੌਂਦਾ ਦੇ ਵੱਲੋਂ ਅਪੀਲ ਕੀਤੀ ਗਈ ਹੈ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਚਿੱਠੀ ਲਿਖੀ ਹੈ ਪੀਐਮ ਮੋਦੀ ਨੂੰ। ਕੱਲ ਇੱਕ ਚਿੱਠੀ ਲਿਖੀ ਜਾਂਦੀ ਹੈ ਤੇ ਇਹ ਵੀ ਯਾਦ ਕਰਵਾਇਆ ਜਾਂਦਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਇਹ ਵਾਅਦਾ ਹੋਇਆ ਸੀ, ਐਸਕੇਐਮ ਦੇ ਨਾਲ ਇਹ ਵਾਅਦਾ ਹੋਇਆ ਸੀ ਜਦੋਂ 3 ਖੇਤੀ ਕਾਨੂੰਨ ਰੱਦ ਕਰਦੀ ਹੈ ਕੇਂਦਰ ਸਰਕਾਰ, ਤਾਂ ਬਿਜਲੀ ਬਿੱਲ ਨੂੰ ਲੈ ਕੇ ਵੀ ਇਹ ਵਾਅਦਾ ਹੋਇਆ ਸੀ ਐਸਕੇਐਮ ਦੇ ਨਾਲ ਕਿ ਬਿਜਲੀ ਬਿੱਲ ਪਾਰਲੀਮੈਂਟ ਦੇ ਵਿੱਚ ਨਹੀਂ ਲਿਆਂਦਾ ਜਾਊਗਾ। ਜੇਕਰ ਬਿੱਲ ਪਾਸ ਹੁੰਦਾ, ਜੇਕਰ ਕਾਨੂੰਨ ਬਣ ਜਾਂਦਾ, ਬਿਜਲੀ ਸੋਧ ਬਿੱਲ ਕਾਨੂੰਨ ਬਣਦਾ ਪਾਸ ਹੋ ਕੇ, ਤਾਂ ਇਹਦੇ ਨੁਕਸਾਨ ਕਿਹਾ ਜਾ ਰਿਹਾ ਘਾਤਕ ਹੋਣਗੇ। ਜਿਸ ਤਰੀਕੇ ਦੇ ਨਾਲ ਜਿਹੜੇ ਕਹਿ ਰਹੇ ਨੇ, ਜਿਹੜੇ ਟਿੱਪਣੀਕਾਰ ਨੇ ਆਖ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਖੇਤੀ ਕਾਨੂੰਨ ਲਿਆਂਦੇ ਗਏ ਸੀ ਕਿਸਾਨੀ ਦਾ ਪ੍ਰਾਈਵੇਟਾਈਜੇਸ਼ਨ ਕਰਨ ਦੇ ਲਈ, ਐਗਰੀਕਲਚਰ ਦਾ ਪ੍ਰਾਈਵੇਟਾਈਜੇਸ਼ਨ ਕਰਨ ਦੇ ਲਈ, ਹੁਣ ਬਿਜਲੀ ਦਾ ਪ੍ਰਾਈਵੇਟਾਈਜੇਸ਼ਨ ਕਰਨ ਦੇ ਲਈ ਇਹ ਬਿੱਲ ਜਿਹੜੇ ਆ ਲਿਆਂਦੇ ਜਾ ਰਹੇ ਨੇ, ਬਿਜਲੀ ਸੋਧ ਬਿੱਲ ਲਿਆਂਦਾ ਜਾ ਰਿਹਾ। ਸੋ ਇਸ ਦਾ ਵਿਰੋਧ ਜਿਹੜਾ ਕੀਤਾ ਜਾ ਰਿਹਾ। ਹਾਲਾਂਕਿ ਜੇ ਗੱਲ ਕਰ ਲਈਏ ਤਾਂ ਜੇਕਰ ਬਿੱਲ ਪਹਿਲਾਂ ਆਏ ਸੀ, ਜੇ ਗੱਲ ਕਰ ਲਈਏ ਜਿਸ ਤਰੀਕੇ ਦੇ ਨਾਲ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜਾ ਪਹਿਲਾਂ ਬਿਜਲੀ ਐਕਟ ਜਿਹੜਾ ਬਣਿਆ ਹੋਇਆ 2002 ਜਿਹੜਾ ਬਿਜਲੀ ਐਕਟ ਬਣਿਆ ਹੋਇਆ, ਉਸ ਤੋਂ ਪਹਿਲਾਂ ਜਿਹੜਾ ਮੀਟਿੰਗ ਹੋਈ ਸੀ 2001 ਦੇ ਵਿੱਚ ਮੀਟਿੰਗ ਹੁੰਦੀ ਹੈ ਤੇ ਉਸ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਉਸ ਬਿਜਲੀ ਐਕਟ ਦੇ ਉੱਤੇ। ਬਾਅਦ ਦੇ ਵਿੱਚ ਉਸ ਬਿਜਲੀ ਐਕਟ ਨੂੰ ਲਾਗੂ ਕੀਤਾ ਜਾਂਦਾ। ਪਰ ਜਿਹੜਾ ਹੁਣ ਬਿਜਲੀ ਸੋਧ ਬਿੱਲ ਲਿਆਂਦਾ ਜਾ ਰਿਹਾ ਹਾਲੇ ਤੱਕ ਵੈਬਸਾਈਟ ਦੇ ਉੱਤੇ ਨਹੀਂ ਪਾਇਆ ਗਿਆ। ਬਿਜਲੀ ਜੇ ਕਹਿ ਲਈਏ ਕਿ ਮੰਤਰਾਲੇ ਦੀ ਵੈਬਸਾਈਟ ਦੇ ਉੱਤੇ, ਇਲੈਕਟ੍ਰਾਈਟ ਮੰਤਰਾਲੇ ਦੀ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਜਿਹੜਾ ਇਹ ਪੋਸਟ ਤੱਕ ਹਾਲੇ ਤੱਕ ਨਹੀਂ ਕੀਤਾ ਗਿਆ ਜੇਕਰ ਅੱਜ ਪੇਸ਼ ਕਰਨਾ। ਹਾਲਾਂਕਿ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਆ ਕਿ ਅੱਜ ਪੇਸ਼ ਹੋ ਸਕਦਾ ਹੈ। ਤੇ ਪੰਜਾਬ ਦੇ ਜਿਹੜੇ ਐਮਪੀਜ਼ ਨੇ, ਜਿਹੜੇ ਟਿੱਪਣੀਕਾਰ ਕਹਿ ਰਹੇ ਨੇ, ਸਿਆਸੀ ਜਿਹੜੇ ਟਿੱਪਣੀਕਾਰ ਨੇ, ਪੰਜਾਬ ਦੇ ਜਿਹੜੇ ਪੰਜਾਬ ਹਿਤੈਸ਼ੀ ਲੋਕ ਨੇ ਜਾਂ ਦੇਸ਼ ਹਿਤੈਸ਼ੀ ਲੋਕ ਨੇ, ਉਹ ਕਹਿ ਰਹੇ ਨੇ ਕਿ ਇਸ ਦੇ ਨਾਲ ਕਿਤੇ ਨਾ ਕਿਤੇ ਸੂਬਿਆਂ ਤੇ ਭਾਰੀ ਬੋਝ ਪਊਗਾ। ਸੂਬਿਆਂ ਤੋਂ ਜਿਹੜਾ ਬਿਜਲੀ ਸਿੱਧੀ
ਖੋਲੀ ਜਾਊਗੀ, ਪ੍ਰਾਈਵੇਟ ਅਦਾਰਿਆਂ ਦੇ ਕੋਲੇ ਬਿਜਲੀ ਚਲੀ ਜਾਊਗੀ। ਸੋ ਜਿਹੜੀ ਸੂਬਿਆਂ ਨੂੰ ਹੋਣ ਵਾਲੀ ਇਨਕਮ ਆ ਉਹ ਕਿਤੇ ਨਾ ਕਿਤੇ ਰੈਵਨਿਊ ਵੀ ਘਟੂਗਾ, ਉਸ ਰੈਵਨਿਊ ਦੇ ਉੱਤੇ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਪ੍ਰਭਾਵ ਪਊਗਾ। ਅਜਿਹਾ ਕਿਹਾ ਜਾ ਰਿਹਾ ਤੇ ਬਿਜਲੀ ਮਹਿੰਗੀ ਵੀ ਜ਼ਰੂਰ ਹੋਊਗੀ। ਅਜਿਹੇ ਖਦਸ਼ੇ ਜਿਹੜੇ ਜ਼ਾਹਰ ਕੀਤੇ ਜਾ ਰਹੇ ਤੇ ਇਹ ਵੀ ਆਖਿਆ ਜਾ ਰਿਹਾ ਕਿ ਪੰਜਾਬ ਦੇ ਜਿਹੜੇ ਐਮਪੀਜ਼ ਨੇ, ਜੇ ਗੱਲ ਪੰਜਾਬ ਦੀ ਕਰੀਏ, ਪੰਜਾਬ ਦੇ ਵਿਦਵਾਨ ਇਹ ਕਹਿ ਰਹੇ ਆ ਕਿ ਪੰਜਾਬ ਦੇ ਜਿਹੜੇ ਐਮਪੀਜ਼ ਨੇ ਉਹਨਾਂ ਨੂੰ ਡਟ ਕੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ। ਜੇ ਗੱਲ ਕਰ ਲਈਏ ਪੰਜਾਬ ਦੇ ਐਮਪੀਜ਼ ਦੀ, ਪੰਜਾਬ ਦੇ ਐਮਪੀਜ਼ ਜੇ ਗੱਲ ਕਰ ਲਈਏ ਤਾਂ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀਜ਼ ਨੇ ਪੰਜਾਬ ਤੋਂ, ਤੇ ਸੁਖਬੀਰ ਸਿੰਘ ਬਾਦਲ ਵੀ ਜੇ ਗੱਲ ਕਰ ਲਈਏ ਪਾਰਲੀਮੈਂਟ ਮੈਂਬਰ ਨੇ, ਹਰਸਿਮਰਤ ਕੌਰ ਬਾਦਲ, ਰਵਨੀਤ ਬਿੱਟੂ, ਗੁਰਜੀਤ ਔਜਲਾ ਜਾਂ ਹੋਰ ਨਾ, ਪ੍ਰਨੀਤ ਕੌਰ, ਸਿਮਰਨਜੀਤ ਸਿੰਘ ਮਾਨ। ਸੋ ਇਹ ਅੱਜ ਕੀ ਪੱਖ ਰੱਖਦੇ ਨੇ ਸਾਰੇ ਦੇਖਣ ਵਾਲਾ ਹੋਊਗਾ। ਪਰ ਕਿਹਾ ਜਾ ਰਿਹਾ ਕਿ ਅੱਜ ਇਹ ਬਿੱਲ ਜਿਹੜਾ ਆ ਉਹ ਪੇਸ਼ ਹੋ ਸਕਦਾ। ਜੇਕਰ ਬਿੱਲ ਪੇਸ਼ ਹੁੰਦਾ ਉਸ ਤੋਂ ਬਾਅਦ ਜੇ ਬਿੱਲ ਪਾਸ ਵੀ ਹੁੰਦਾ ਤਾਂ ਇਹਦੇ ਜਿਹੜੇ ਕਈ ਘਾਤਕ ਨੁਕਸਾਨ ਜਿਹੜੇ ਹੋ ਸਕਦੇ ਆ। ਅਜਿਹਾ ਕਹਿ ਰਹੇ ਨੇ ਜਿਹੜੇ ਸਿਆਸੀ ਟਿੱਪਣੀਕਾਰ ਨੇ, ਉਹ ਚਿੰਤਤ ਨੇ ਇਸ ਗੱਲ ਨੂੰ ਲੈ ਕੇ ਕਿ ਜਿਸ ਤਰੀਕੇ ਦੇ ਨਾਲ ਕਿਸਾਨੀ ਬਿੱਲ ਲਿਆਂਦੇ ਗਏ ਸੀ ਐਗਰੀਕਲਚਰ ਨੂੰ ਪ੍ਰਾਈਵੇਟ ਕਰਨ ਦੇ ਲਈ, ਪ੍ਰਾਈਵੇਟ ਅਦਾਰਿਆਂ ਦੇ ਹੱਥ 'ਚ ਦੇਣ ਦੇ ਲਈ, ਐਗਰੀਕਲਚਰ ਨੂੰ ਐਗਰੋ ਫਾਰਮ, ਵੱਡੇ ਵੱਡੇ ਐਗਰੋ ਫਾਰਮ ਬਣਾ ਕੇ, ਜੇ ਗੱਲ ਕਰ ਲਈਏ ਐਗਰੀਕਲਚਰ ਫਾਰਮ ਵੱਡੇ ਵੱਡੇ ਬਣਾ ਕੇ 500 1000 ਏਕੜ ਦੇ ਵੱਡੇ ਫਾਰਮ ਬਣਾ ਕੇ ਪ੍ਰਾਈਵੇਟ ਅਦਾਰਿਆਂ ਦੇ ਕੋਲੇ ਜਿਹੜੀ ਸਾਰੀ ਦੀ ਸਾਰੀ ਜਿਹੜੀ ਖੇਤੀ ਚਲੀ ਜਾਣੀ ਸੀ, ਉਸੇ ਤਰੀਕੇ ਦੇ ਨਾਲ ਬਿਜਲੀ ਜਿਹੜੀ ਹੈ, ਬਿਜਲੀ ਦਾ ਪ੍ਰਾਈਵੇਟਾਈਜੇਸ਼ਨ ਕਰਨ ਦੇ ਲਈ, ਹਾਲਾਂਕਿ ਮੁਲਾਜ਼ਮ ਤਾਂ ਪ੍ਰਾਈਵੇਟ ਹੈਗੀ ਨੇ। ਜਦੋਂ ਠੇਕਾ ਭਰਤੀ ਸ਼ੁਰੂ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ 2002 ਵਾਲੀ ਜਦੋਂ ਸਰਕਾਰ ਆਉਂਦੀ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਠੇਕਾ ਭਰਤੀ ਸ਼ੁਰੂ ਹੋਣ ਤੋਂ ਬਾਅਦ ਜੇ ਗੱਲ ਕਰ ਲਈਏ ਤਾਂ ਪ੍ਰਾਈਵੇਟ ਮੁਲਾਜ਼ਮ ਤਾਂ ਹੈਗੀ ਆ, ਪਰ ਜਿਹੜੀ ਬਿਜਲੀ ਵੀ ਆ ਸਿੱਧੇ ਰੂਪ ਦੇ ਵਿੱਚ ਪ੍ਰਾਈਵੇਟ ਅਦਾਰਿਆਂ ਦੇ ਕੋਲੇ ਚਲੀ ਜਾਊਗੀ। ਭਾਵ ਅਡਾਨੀ, ਅਬਾਨੀ ਜਾਂ ਹੋਰ ਜਿਹੜੇ ਪ੍ਰਾਈਵੇਟ ਜਿਹੜੇ ਅਦਾਰੇ ਨੇ ਜਾਂ ਜਿਹੜੇ ਹੋਰ ਕਾਰਪੋਰੇਟਸ ਨੇ, ਸੋ ਉਹਨਾਂ ਦੇ ਕੋਲੇ ਸਿੱਧੀ ਬਿਜਲੀ ਚਲੀ ਜਾਊਗੀ। ਜੇਕਰ ਸੂਬੇ ਲਾਇਸੈਂਸ ਨਹੀਂ ਦਿੰਦੇ ਪ੍ਰਾਈਵੇਟ ਅਦਾਰਿਆਂ ਨੂੰ ਆਪਣੇ ਸੂਬਿਆਂ ਦੇ ਵਿੱਚ ਆਉਣ ਦਾ, ਚਾਹੇ ਹਰਿਆਣਾ ਲਾਇਸੈਂਸ ਨਾ ਦੇ ਰਿਹਾ ਹੋਵੇ ਕਿਸੇ ਪ੍ਰਾਈਵੇਟ ਕੰਪਨੀ ਨੂੰ, ਜਾਂ ਪੰਜਾਬ ਨਾ ਦੇ ਰਿਹਾ ਹੋਵੇ, ਰਾਜਸਥਾਨ ਨਾ ਦੇ ਰਿਹਾ ਹੋਵੇ, ਤਾਂ ਕੇਂਦਰ ਸਿੱਧਾ ਲਾਇਸੈਂਸ ਦੇ ਸਕੂਗਾ। ਕੇਂਦਰ ਦੇ ਕੋਲੇ ਅਥਾਰਟੀ ਹੋਊਗੀ, ਕੇਂਦਰ ਸਿੱਧਾ ਲਾਇਸੈਂਸ ਦੇ ਸਕੂਗਾ। ਪਰ ਜੇ ਗੱਲ ਕਰ ਲਈਏ ਬਿਜਲੀ ਹੋਊਗੀ ਜਾਂ ਕਹਿ ਲਈਏ ਕਿ ਖੇਤੀ ਹੋਊਗੀ ਤਾਂ ਜਾਂ ਪਾਣੀ ਹੋ ਗਏ, ਸੋ ਇਹ ਸੂਬਿਆਂ ਦੇ ਆਪਣੇ ਹੱਕ ਹੁੰਦੇ ਆ। ਸੂਬਿਆਂ ਦੇ ਕੋਲੇ ਜਿਹੜਾ ਹੁੰਦਾ ਹੈ ਕਿ ਸੂਬੇ ਇਸ ਦੇ ਉੱਤੇ ਫੈਸਲਾ ਲੈ ਸਕਦੇ ਆ, ਪਰ ਕੇਂਦਰ ਨੇ ਸੂਬਿਆਂ ਦੇ ਨਾਲ ਕੋਈ ਸਲਾਹ ਨਹੀਂ ਕੀਤੀ, ਕਿਸੇ ਸੂਬੇ ਦੇ ਨਾਲ ਸਲਾਹ ਨਹੀਂ ਕੀਤੀ। ਕਿ ਹਾਲਾਂਕਿ ਕੱਲ ਨੀਤੀ ਆਯੋਗ ਮੀਟਿੰਗ ਜਿਹੜੀ ਬੁਲਾਈ ਗਈ ਸੀ, ਨੀਤੀ ਆਯੋਗ ਦੀ ਕੱਲ 7ਵੀਂ ਮੀਟਿੰਗ ਸੀ, ਪੀਐਮ ਮੋਦੀ ਦੇ ਨਾਲ ਸਾਰੇ ਸੀਐਮ ਬੈਠੇ ਹੋਏ ਸੀ ਦਿੱਲੀ ਦੇ ਵਿੱਚ। ਸਿਰਫ ਤੇਲੰਗਾਨਾ ਦੇ ਸੀਐਮ ਨਹੀਂ ਸੀਗੇ, ਚੰਦਰ ਸ਼ੇਖਰ ਰਾਓ, ਉਹਨਾਂ ਦਾ ਵਿਰੋਧ ਚੱਲ ਰਿਹਾ ਕੇਂਦਰ ਦੇ ਨਾਲ, ਉਹ ਨਹੀਂ ਸੀ, ਪਰ ਬਾਕੀ ਸੂਬਿਆਂ ਦੇ ਸੀਐਮ ਸੀਗੇ। ਸੋ ਕੱਲ ਵੀ ਗੱਲ ਹੋ ਸਕਦੀ ਸੀ, ਭਾਵ ਕਿਉਂਕਿ ਦਿੱਲੀ ਸੀਗੇ ਸਾਰੇ ਸੂਬਿਆਂ ਦੇ ਸੀਐਮ, ਕੱਲ ਵੀ ਗੱਲ ਹੋ ਸਕਦੀ ਸੀ। ਯੂਟੀਜ਼ ਦੇ ਸਾਰੇ ਲੈਫਟੀਨੈਂਟ ਗਵਰਨਰ ਸੀਗੇ ਦਿੱਲੀ ਦੇ ਵਿੱਚ ਮੌਜੂਦ ਨੀਤੀ ਆਯੋਗ ਮੀਟਿੰਗ ਦੇ ਵਿੱਚ, ਕਿਉਂਕਿ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਵੀ ਗੱਲ ਹੋ ਸਕਦੀ ਸੀ। ਜੇ ਕਿਹਾ ਜਾਵੇ ਬਿਜਲੀ ਮੰਤਰੀ ਦੇ ਵੱਲੋਂ ਗੱਲ ਕੀਤੀ ਜਾ ਸਕਦੀ ਸੀ, ਜਾਂ ਹੋਰ ਜਿਹੜਾ ਬਿਜਲੀ ਵਿਭਾਗ ਦੇ ਵੱਲੋਂ ਜਾਂ ਮਿਨਿਸਟਰੀ ਆਫ ਇਲੈਕਟ੍ਰਿਸਿਟੀ ਦੇ ਵੱਲੋਂ ਜਿਹੜਾ ਗੱਲਬਾਤ ਹੋ ਸਕਦੀ ਸੀ ਪੂਰੇ ਮਾਮਲੇ ਨੂੰ